ਉਸੇ ਮਕਸਦ ਤੇ ਅਸੀਂ ਕਾਇਮ ਰਹੀਏ। ਆਪਸ ਚ ਅਸੀਂ ਨਾ ਉਲਝੀਏ, ਨਾ ਇੱਕ ਦੂਜੇ ਤੇ ਤੌਹਮਤਾਂ ਲਾਈਏ। ਬੜਾ ਕੁਝ ਕਹਿ ਸੁਣ ਲਿਆ, ਐਡਾ ਵੱਡਾ ਮਕਸਦ ਲੈ ਕੇ ਤੁਰੇ ਹੋਈਏ, ਉਦੋਂ ਨਿੱਜ ਨਹੀਂ ਦੇਖੀਦੇ, ਜਾਂ ਜਥੇਬੰਦਕ ਢਾਂਚੇ ਦੇ ਵੀ ਜਿਹੜੇ ਸਵਾਰਥ ਆ ਉਹ ਨਹੀਂ ਦੇਖੀਦੇ, ਉਹ ਤੋਂ ਵੀ ਉੱਤੇ ਉੱਠਣਾ ਪੈਂਦਾ। ਬਹੁਤ ਲੋਕ ਜਿਹੜੇ ਬਾਹਰਲੀਆਂ ਸਟੇਟਾਂ ਦੇ, ਅਮਰੀਕਾ ਚ, ਕੈਨੇਡਾ ਚ, ਉਹਨਾਂ ਦੇ ਗਵਰਨਰਸ ਆ, ਉਹ ਵੀ ਇਹ ਗੱਲ ਕਹਿ ਰਹੇ ਆ ਵੀ ਇਸ ਕਮਿਊਨਿਟੀ ਤੋਂ ਸਿੱਖੋ। ਕਿਉਂਕਿ ਪੰਜਾਬ ਚ ਬੜੀ ਤਰ੍ਹਾਂ ਔਰ ਬਹੁਤ ਸਮੇਂ ਤੋਂ ਸਮੇਂ ਮਾਸ ਇਰਪਸ਼ਨਸ ਹੋਈਆਂ। ਲੋਕਾਂ ਨੇ ਕਦੇ ਪਿੱਠ ਨਹੀਂ ਦਿਖਾਈ, ਪਰ ਲੀਡਰਸ਼ਿਪ ਹਮੇਸ਼ਾ ਪਿੱਠ ਦਿਖਾਉਂਦੀ ਰਹੀ। ਅਸੀਂ ਇਕੱਠੇ ਹੋ ਕੇ ਲੜਨਾ ਸਿੱਖੀਏ। ਐਵੇਂ ਹੀ ਬਿਨਾਂ ਸਪੇਸ ਦਿੱਤੇ ਤੌਹਮਤਾਂ ਲਾਉਣੀਆਂ ਵੀ ਫਲਾਨਾ ਤਾਂ ਸਰਕਾਰ ਦਾ ਬੰਦਾ, ਫਲਾਨਾ ਬੀਜੇਪੀ ਦਾ ਬੰਦਾ, ਜਾਂ ਫਲਾਨਾ ਅਕਾਲੀਆਂ ਦਾ ਬੰਦਾ, ਜਾਂ ਕਾਂਗਰਸ ਦਾ ਬੰਦਾ, ਇਹਨਾਂ ਗੱਲਾਂ 'ਚ ਕੋਈ ਦਮ ਨਹੀਂ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸਮੇਂ ਬਾਅਦ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ। ਰੂਬਰੂ ਵੀ ਇਸ ਕਰਕੇ ਹੋਣਾ ਬੜਾ ਜ਼ਰੂਰੀ ਆ। ਸਭ ਤੋਂ ਪਹਿਲਾਂ ਉਹਨਾਂ ਸਾਰੀਆਂ ਰੂਹਾਂ ਦਾ, ਸ਼ਖਸੀਅਤਾਂ ਦਾ, ਸਾਡੀਆਂ ਭੈਣਾਂ ਦਾ, ਮਾਵਾਂ ਦਾ, ਸਾਡੇ ਭਰਾਵਾਂ ਦਾ ਮੈਂ ਦਿਲੋਂ ਰਿਣੀ ਆ, ਦੇਣ ਨਹੀਂ ਦੇ ਸਕਦਾ, ਜਿਨ੍ਹਾਂ ਨੇ ਮੈਨੂੰ ਇੰਨਾ ਪਿਆਰ ਦਿੱਤਾ, ਜਿਹੜੇ ਸੱਚ ਦੇ ਨਾਲ ਖੜੇ। ਤੇ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਓਵਰਵੈਲਮਿੰਗ ਜਿਹੜੀ ਇੱਕ ਫੀਲਿੰਗ ਆ, ਇਹ ਜਿੰਨਾ ਤੁਸੀਂ ਪਿਆਰ ਦਿੱਤਾ, ਜਿੰਨੇ ਨਾਲ ਖੜੇ ਅਰਦਾਸਾਂ ਕੀਤੀਆਂ, ਤੇ ਇਹੀ ਅਰਦਾਸਾਂ ਕਢਾ ਲਿਆਈਆਂ। ਨਹੀਂ ਤਾਂ ਹਜੇ ਲੱਗਦਾ ਸੀ ਵੀ ਹੋਰ ਟਾਈਮ ਲਾਉਣਾ ਪਊਗਾ। ਜਿਸ ਤਰ੍ਹਾਂ ਈਵਨ ਗੁਰਦੁਆਰਾ, ਦਿੱਲੀ ਗੁਰਦੁਆਰਾ ਕਮੇਟੀ, ਉਹਨਾਂ ਦੀ ਟੀਮ, ਸਾਡੇ ਆਪਦੇ ਬੰਦੇ, ਆਪਣਾ ਖੋਸਾ ਬਾਈ, ਅਭਿਸ਼ੇਕ, ਮਨਦੀਪ, ਹੋਰ ਬੰਦੇ ਜਿਹੜੇ ਸਾਰੇ ਨਾਲ ਖੜੇ, ਵਰਦੀਆਂ 'ਚ ਖੜੇ, ਵਰਦੀ ਅੱਗ 'ਚ ਨਾਲ ਖੜੇ, ਲੀਗਲ ਹੈਲਪ ਚਾਹੇ ਹੋਵੇ, ਚਾਹੇ ਜੋ ਕੋਈ ਐਡਵਰਸ ਸਿਚੁਏਸ਼ਨ ਸੀ ਉਹਨਾਂ ਨੂੰ ਫੇਸ ਕੀਤਾ, ਤਾਂ ਉਹ ਬਾਕਮਾਲ ਸੀ। ਜਦੋਂ ਜ਼ਮਾਨਤ ਮਿਲੀ ਆ, ਪਹਿਲੀ ਜ਼ਮਾਨਤ ਮਿਲੀ, ਤੁਸੀਂ ਉਹ ਆਰਡਰ ਪੜ੍ਹਿਓ। ਆਉਣ ਵਾਲੇ ਸਮੇਂ ਤੱਕ ਐਗਜ਼ਾਮਪਲ ਦਿੱਤੇ ਜਾਣਗੇ ਉਸ ਆਰਡਰ ਦੇ, ਜਿੱਥੇ ਆਪਾਂ ਇਹ ਕਿਹਾ, ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ, ਦੇਗ ਤੇਗ ਫਤਿਹ, ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ। ਇਹ ਸਾਰੀਆਂ ਗੱਲਾਂ ਉਹਦੇ 'ਚ ਲਿਖੀਆਂ ਗਈਆਂ ਵੀ ਇਹ ਕਿਸੇ ਵੀ ਤਰ੍ਹਾਂ ਦੀ ਕੋਈ ਭੜਕਾਹਟ ਨਹੀਂ ਆ। ਇਹ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਾਨੂੰ ਖੁੱਲ੍ਹ ਆ, ਸਾਨੂੰ ਸਾਡੀ ਰਿਲੀਜੀਅਸ ਫਰੀਡਮ ਦੀ ਖੁੱਲ੍ਹ ਆ, ਤੇ ਇਸੇ ਕੌਨਸਟੀਟਿਊਸ਼ਨ ਦੇ ਦਾਇਰੇ 'ਚ ਰਹਿ ਕੇ ਅਸੀਂ ਇਹ ਸਾਰੀਆਂ ਗੱਲਾਂ ਕਰ ਸਕਦੇ ਹਾਂ। ਸੋ ਬੜੀ ਵੱਡੀ ਇੱਕ ਲੜਾਈ ਲੜੀ ਆ, ਜਿਹੜੀ ਲੀਗਲ ਫਰੰਟ ਤੇ ਵੀ ਲੜੀ, ਆਪਾਂ ਸੋਸ਼ਲ ਫਰੰਟ ਤੇ ਵੀ ਲੜੀ। ਇਸ ਕਰਕੇ ਉਹ ਸਾਰੀਆਂ ਸ਼ਖਸੀਅਤਾਂ ਦਾ ਮੈਂ ਬੜਾ ਦਿਲੋਂ ਰਿਣੀ ਆ। ਧੰਨਵਾਦ ਤਾਂ ਬੜਾ ਛੋਟਾ ਜਿਹਾ ਲਫ਼ਜ਼ ਹੋਊਗਾ, ਔਰ ਤੁਹਾਨੂੰ ਸਾਰਿਆਂ ਨੂੰ ਮਿਲਾਂਗੇ। ਮੇਰਾ ਬੜਾ ਜੀ ਕਰਦਾ ਸਭ ਨੂੰ ਜਾ ਕੇ ਮਿਲਾਂ, ਪਰ ਇਸ ਟਾਈਮ ਸਿਚੁਏਸ਼ਨ ਆ ਜਿਹੜੀ, ਉਹ ਸਿਚੁਏਸ਼ਨ ਪੈਂਡੇਮਿਕ ਜਾਂ ਕਹਿ ਲਓ ਮਹਾਮਾਰੀ ਚੱਲ ਰਹੀ ਆ। ਲੋਕ ਆਪਣੀਆਂ ਜ਼ਿੰਦਗੀਆਂ ਖੋ ਰਹੇ ਆ। ਸੋ ਉਹਨਾਂ ਦੇ ਪਰਿਵਾਰਾਂ ਨਾਲ ਖੜਨਾ, ਜਾਂ ਜਿਹੜੇ ਸਾਡੇ ਕਿਸਾਨੀ ਸੰਘਰਸ਼ 'ਚ ਸਾਡੇ ਬੰਦੇ ਸਾਥ ਛੱਡ ਗਏ, ਉਹ ਕਿਵੇਂ ਛੱਡ ਗਏ? ਸਰਕਾਰ ਦੀਆਂ ਇਹਨਾਂ ਹੁਕਮਰਾਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ, ਜੋ ਇਹਨਾਂ ਨੇ ਜ਼ੁਲਮ ਸਾਡੇ ਤੇ ਕੀਤੇ ਆ, ਉਸ ਕਰਕੇ ਉਹ ਸਰੀਰ ਵਿਛੋੜਾ ਦੇ ਗਏ। ਉਹਨਾਂ ਸਾਰੇ ਬੰਦਿਆਂ ਦੇ ਘਰੇ ਜਾ ਕੇ ਉਹਨਾਂ ਦੇ ਪਰਿਵਾਰਾਂ ਨਾਲ ਬੈਠੀਏ। ਪਰ ਸਿਚੁਏਸ਼ਨ ਥੋੜੀ ਜਿਹੀ ਠੀਕ ਹੋ ਲੈਣ ਦਿਓ। ਹਜੇ ਸਾਨੂੰ ਇੱਕ ਪਾਸੇ ਸਾਡਾ ਕਿਸਾਨੀ ਸੰਘਰਸ਼ ਚੱਲ ਰਿਹਾ, ਦੂਜੇ ਪਾਸੇ ਜਿਹੜੀ ਆ ਮਹਾਮਾਰੀ ਚੱਲ ਰਹੀ ਆ। ਇਹ ਦੋਨਾਂ ਸਿਚੁਏਸ਼ਨਸ ਨਾਲ ਨਜਿੱਠਣਾ, ਇਹਨਾਂ ਦੋਨਾਂ ਦੀ ਆਪਾਂ ਗੱਲ ਵੀ ਕਰਾਂਗੇ। ਗੱਲਾਂ ਬਹੁਤ ਆ ਕਰਨ ਨੂੰ, ਉਹਨਾਂ ਗੱਲਾਂ ਨੂੰ ਆਪਾਂ ਸਮੇਂ ਤੋਂ ਅੱਗੇ ਵੀ ਲੈ ਕੇ ਆਵਾਂਗੇ, ਕਰਾਂਗੇ ਵੀ। ਪਰ ਇਸ ਟਾਈਮ ਜਿਹੜੀ ਲੜਾਈ ਅਸੀਂ ਵਿੱਢੀ ਸੀ, ਸਾਡੀ ਹੋਂਦ ਦੀ ਲੜਾਈ, ਉਹੀ ਸੰਘਰਸ਼ ਹਜੇ ਵੀ ਚੱਲ ਰਿਹਾ। ਸੋ ਉਸ ਸੰਘਰਸ਼ 'ਚ ਸਾਨੂੰ ਇੱਕ ਗੱਲ ਜ਼ਰੂਰ ਵਾਚਣੀ ਚਾਹੀਦੀ ਆ ਵੀ ਸਾਡਾ ਮਕਸਦ ਸੀ ਸਰਕਾਰ ਨਾਲ ਲੜਨਾ, ਗਵਰਨਮੈਂਟ ਨਾਲ ਲੜਨਾ, ਤੇ ਜਿਹੜੀਆਂ ਨੀਤੀਆਂ ਆ, ਜਿਹੜੇ ਨਵੇਂ ਕਾਨੂੰਨ ਬਣਾਏ ਆ, ਉਹਨਾਂ ਨੂੰ ਰੱਦ ਕਰਾਉਣਾ, ਉਸ ਸੰਘਰਸ਼ ਨੂੰ ਜਿੱਤਣਾ। ਉਸੇ ਮਕਸਦ ਤੇ ਅਸੀਂ ਕਾਇਮ ਰਹੀਏ। ਆਪਸ 'ਚ ਅਸੀਂ ਨਾ ਉਲਝੀਏ, ਨਾ ਇੱਕ ਦੂਜੇ ਤੇ ਤੌਹਮਤਾਂ ਲਾਈਏ। ਬੜਾ ਕੁਝ ਕਹਿ ਸੁਣ ਲਿਆ, ਹੁਣ ਮੈਨੂੰ ਲੱਗਦਾ ਸਾਨੂੰ ਇੱਕ ਵਾਰੀ ਫੇਰ ਇਕੱਠੇ ਹੋ ਜਾਣਾ ਚਾਹੀਦਾ, ਏਕੇ 'ਚ ਰਹਿਣਾ ਚਾਹੀਦਾ। ਕਿਉਂ?
ਔਰ ਮਾਹੌਲ ਨੂੰ ਬੜਾ ਹੀ ਸਾਨੂੰ ਕੰਜੇਨੀਅਲ, ਇੱਕ ਸਹਿਜ ਤੇ ਫਰੈਂਡਲੀ ਬਣਾ ਲੈਣਾ ਚਾਹੀਦਾ। ਇਹ ਬੜੀ ਜ਼ਰੂਰਤ ਹੈ ਇਸ ਵੇਲੇ ਸਾਡੀ, ਕਿਉਂਕਿ ਹੋਂਦ ਦੀ ਲੜਾਈ ਲੜ ਰਹੇ ਹਾਂ। ਤੇ ਜਦੋਂ ਐਡਾ ਵੱਡਾ ਮਕਸਦ ਲੈ ਕੇ ਤੁਰੇ ਹੋਈਏ, ਉਦੋਂ ਨਿੱਜ ਨਹੀਂ ਦੇਖੀਦੇ, ਜਾਂ ਜਥੇਬੰਦਕ ਢਾਂਚੇ ਦੇ ਵੀ ਜਿਹੜੇ ਸਵਾਰਥ ਆ ਉਹ ਨਹੀਂ ਦੇਖੀਦੇ, ਉਹ ਤੋਂ ਵੀ ਉੱਤੇ ਉੱਠਣਾ ਪੈਂਦਾ। ਤੇ ਸਾਨੂੰ ਇਹ ਕਰਨਾ ਪਊਗਾ। ਇਹੀ ਸਾਨੂੰ ਸਾਡੇ ਗੁਰੂਆਂ ਨੇ, ਸਾਡੇ ਰਹਿਬਰਾਂ ਨੇ ਸਿਖਾਇਆ ਸੀ। ਕੱਲਾ ਸਿਖਾਇਆ ਨਹੀਂ, ਕੱਲਾ ਕਿਹਾ ਨਹੀਂ, ਕਰਕੇ ਦਿਖਾਇਆ ਸੀ। ਤੁਸੀਂ ਇਹ ਵੇਖੋ, ਇਸ ਵੇਲੇ ਮਹਾਮਾਰੀ ਚੱਲ ਰਹੀ ਆ। ਇਸ ਮਹਾਮਾਰੀ 'ਚ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਬਾਹਰ ਆਕਸੀਜਨ ਦੇ ਲੰਗਰ ਲੱਗੇ ਆ, ਜਿਵੇਂ ਸਰਦਾਰ ਰਵੀ ਸਿੰਘ ਖਾਲਸਾ ਏਡ ਵਾਲੇ ਜਾਂ ਹੋਰ ਬਹੁਤ ਸਿੱਖ ਜਥੇਬੰਦੀਆਂ ਤੁਸੀਂ ਵੇਖੋ, ਉਹਨਾਂ ਨੇ ਬਾਹਰੋਂ ਮਸ਼ੀਨਾਂ ਵੀ ਭੇਜੀਆਂ, ਆਕਸੀਜਨ ਵਾਲੀਆਂ ਸਿਲੰਡਰਸ ਵੀ ਭੇਜੇ ਆ। ਬ੍ਰਿਟਿਸ਼ ਏਅਰਵੇਜ਼ ਨਾਲ ਟਾਈ ਅਪ ਕਰਕੇ ਉਹਨਾਂ ਨੇ ਉੱਥੋਂ ਫਲਾਈਟ ਰਾਹੀਂ ਭੇਜ ਰਹੇ ਆ। ਇਹ ਸਾਡੀਆਂ ਪਿਰਤਾਂ ਜਿਹੜੀਆਂ ਸਾਡੇ ਗੁਰੂ ਪਾ ਗਏ, ਇਹ ਸਾਡੀਆਂ ਰਵਾਇਤਾਂ, ਅਸੀਂ ਬਹੁਤ ਕੁਝ ਛੱਡ ਗਏ ਹੋਵਾਂਗੇ, ਪਰ ਮਾਣ ਆ ਮੈਨੂੰ ਸਾਡੀ ਕੌਮ ਤੇ ਵੀ ਅਸੀਂ ਉਹਨਾਂ ਪਿਰਤਾਂ ਨੂੰ, ਉਹਨਾਂ ਰਵਾਇਤਾਂ ਨੂੰ ਤੇ ਸਾਡੀ ਸੇਵਾ ਭਾਵਨਾਵਾਂ ਨੂੰ ਹਜੇ ਤੱਕ ਨਹੀਂ ਛੱਡਿਆ। ਕਿਉਂ? ਇਹ ਕਿਸੇ ਖਿਲਾਅ ਚੋਂ ਪ੍ਰਗਟ ਨਹੀਂ ਹੋਈ ਗੱਲ। ਇਹ ਗੱਲ ਉਹਨਾਂ ਗੁਰੂਆਂ ਦੀ, ਉਹਨਾਂ ਰਹਿਬਰਾਂ ਦੀ ਕਮਾਈਆਂ ਕੀਤੀਆਂ ਹੋਈਆਂ, ਉਸ ਕਮਾਈ ਸਦਕਾ ਹੀ ਜੋ ਸਾਡੇ ਅੰਦਰ ਉਹਨਾਂ ਨੇ ਚਿਣਗਾਂ ਲਾਈਆਂ, ਜੋ ਪਿਰਤਾਂ ਉਹ ਪਾ ਗਏ, ਅੱਜ ਤੱਕ ਕਾਇਮ ਆ। ਔਰ ਅੱਜ ਸਾਰੀ ਦੁਨੀਆ ਇੱਕ ਵਾਰੀ ਫੇਰ, ਜਿਵੇਂ ਇਸ ਕੌਮ ਨੇ, ਸਾਡੇ ਸਾਰੇ ਪੰਜਾਬ ਨੇ ਸੰਘਰਸ਼, ਮੈਂ ਹਮੇਸ਼ਾ ਕਹਿੰਦਾ ਸੀ ਕੱਲਾ ਪੰਜਾਬ ਤੱਕ ਨਹੀਂ ਆ, ਇਹਦੀ ਲੋਕਲ ਸਿਗਨੀਫੀਕੈਂਸ ਨਹੀਂ ਆ, ਇਹ ਨੈਸ਼ਨਲ ਸਿਗਨੀਫੀਕੈਂਸ ਵੀ ਨਹੀਂ ਆ, ਇਹ ਗਲੋਬਲ ਆ। ਤੇ ਅਸੀਂ ਉੱਥੋਂ ਤੱਕ ਪਹੁੰਚੇ, ਔਰ ਬੜਾ ਬਦਨਾਮ ਕੀਤਾ ਗਿਆ, ਬੜਾ ਕੁਝ ਕਿਹਾ ਗਿਆ, ਪਰ ਫਿਰ ਵੀ ਇੱਕ ਵਾਰੀ ਸੱਚ ਸਾਹਮਣੇ ਆ ਗਿਆ। ਤੇ ਜੇ ਆਪਾਂ ਇਹ ਕਹੀਏ ਵੀ ਸਾਰੀ ਦੁਨੀਆ ਨੇ ਇਹ ਗੱਲ ਮੰਨੀ, ਔਰ ਅੱਜ ਵੀ ਇਸ ਮਹਾਮਾਰੀ 'ਚ ਇਹ ਗੱਲ ਮੰਨ ਰਹੀ ਆ ਵੀ ਜਿਹੜੀ ਸਿੱਖ ਕੌਮ ਆ, ਉਹਨਾਂ ਦਾ ਧਰਮ, ਉਹਨਾਂ ਦੀਆਂ ਰਵਾਇਤਾਂ, ਉਹਨਾਂ ਦਾ ਫਲਸਫਾ ਉਹ ਨਿਆਰੇ ਆ। ਇਹਨਾਂ ਤੋਂ ਸਿੱਖੋ। ਬਹੁਤ ਲੋਕ ਜਿਹੜੇ ਬਾਹਰਲੀਆਂ ਸਟੇਟਾਂ ਦੇ, ਅਮਰੀਕਾ 'ਚ, ਕੈਨੇਡਾ 'ਚ, ਉਹਨਾਂ ਦੇ ਗਵਰਨਰਸ ਆ, ਉਹ ਵੀ ਇਹ ਗੱਲ ਕਹਿ ਰਹੇ ਆ ਵੀ ਇਸ ਕਮਿਊਨਿਟੀ ਤੋਂ ਸਿੱਖੋ। ਕਿਉਂ? ਕਿਉਂਕਿ ਜਰਮਾਨੇ ਦੀ ਭਖਿਆ ਤੇ ਗਰੀਬਾਂ ਦੀ ਰੱਖਿਆ। ਕਿਉਂ? ਕਿਉਂਕਿ ਨਿਰਭਉ ਤੇ ਨਿਰਵੈਰ। ਨਾ ਤਾਂ ਅਸੀਂ ਕਦੇ ਕਿਸੇ ਨਾਲ ਵੈਰ ਪਾਲਿਆ, ਨਿੱਜ ਲਈ ਤਾਂ ਅਸੀਂ ਲੜੇ ਹੀ ਨਹੀਂ ਨਾ, ਹਮੇਸ਼ਾ ਲੜੇ ਆ ਤਾਂ ਇੱਕ ਬਹੁਤ ਵੱਡੇ ਪਰਪਸ ਲਈ ਲੜੇ ਆ। ਇਹੀ ਜਿਹੜੀ ਗੱਲ ਆ ਸਾਨੂੰ ਨਿਆਰਾ ਬਣਾਉਂਦੀ ਆ। ਪਰ ਇਸ 'ਚ ਇਹ ਗੱਲ ਨਹੀਂ ਵੀ ਦੂਜਿਆਂ ਨੂੰ ਕਿਤੇ ਆਪਾਂ ਘੱਟ ਲਿਖਦੇ ਆ, ਦੂਜੇ ਵੀ ਸਾਡੇ ਹੀ ਆ। ਇਹ ਸਾਰੀ ਇਨਸਾਨੀਅਤ ਹੀ ਸਾਡੀ ਆ, ਕਿਉਂਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ, ਉਹਦਾ ਸੁਨੇਹਾ ਹੀ ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਦਿੱਤਾ। ਅਗਲੀ ਗੱਲ, ਜਦੋਂ ਆਪਾਂ ਸੰਘਰਸ਼ ਦੀ ਕਰਦੇ ਆ, ਸੰਘਰਸ਼ ਦੀ ਗੱਲ 'ਚ ਵੀ ਸਾਨੂੰ ਇੱਕ ਗੱਲ ਸਿੱਖਣੀ ਪਊਗੀ। ਅਸੀਂ ਉਸ ਸਰਕਾਰ ਦੇ ਅਗੇਂਸਟ ਜਾਂ ਉਹਨਾਂ ਹੁਕਮਰਾਨਾਂ ਦੇ ਅਗੇਂਸਟ ਲੜ ਰਹੇ ਆ ਜਿਨ੍ਹਾਂ ਨੇ ਹਜੇ ਤੱਕ ਇੱਕ ਫਾਸਿਜ਼ਮ ਨੂੰ, ਇੱਕ ਫਾਸਿਸਟ ਕਨਸਟੀਟੂਐਂਸੀ ਤਿਆਰ ਕੀਤੀ ਆ। ਉਹਨਾਂ ਨੇ ਕਦੇ ਕਿਸੇ ਦੀ ਮਾੜੀ ਜੀ ਗੱਲ ਵੀ ਨਹੀਂ ਮੰਨੀ। ਉਹ ਵੱਖਰੀ ਗੱਲ ਆ ਵੀ ਅਸੀਂ ਜਿਸ ਤਰ੍ਹਾਂ ਇਸ ਸੰਘਰਸ਼ ਨੂੰ ਵਿੱਢਿਆ ਸੀ, ਫਿਰ ਇਸ ਸੰਘਰਸ਼ ਨੂੰ ਅਸੀਂ ਦਿੱਲੀ ਤੱਕ ਪਹੁੰਚਾਇਆ ਸੀ, ਫਿਰ ਨੈਸ਼ਨਲੀ ਪਹੁੰਚਾਇਆ, ਫਿਰ ਇੰਟਰਨੈਸ਼ਨਲੀ ਪਹੁੰਚਾਇਆ। ਕਿਤੇ ਨਾ ਕਿਤੇ ਅਸੀਂ ਵੀ ਕੁਝ ਗਲਤੀਆਂ ਕਰ ਗਏ ਹੋਵਾਂਗੇ। ਸਾਡੀ ਲੀਡਰਸ਼ਿਪ ਨੂੰ ਚਾਹੀਦਾ ਉਹਨਾਂ ਗਲਤੀਆਂ ਨੂੰ ਵੀ ਐਕਸੈਪਟ ਕਰਨ, ਉਹਨਾਂ ਗਲਤੀਆਂ ਨੂੰ ਐਕਸੈਪਟ ਕਰਕੇ ਹਜੇ ਵੀ ਅਸੀਂ ਇੱਕ ਦੂਜੇ ਨੂੰ ਸਪੇਸ ਦਈਏ, ਇੱਕ ਦੂਜੇ ਨੂੰ ਸਪੇਸ ਦੇ ਕੇ ਇਕੱਠੇ ਲੜਨ ਦੀ ਜਾਂਚ ਆ ਜਿਹੜੀ ਸਾਨੂੰ ਉਹ ਆਉਣੀ ਚਾਹੀਦੀ ਆ। ਏਕਾ ਰੱਖ ਕੇ ਲੜਨ ਦੀ ਜਾਂਚ ਸਾਨੂੰ ਆਉਣੀ ਚਾਹੀਦੀ ਆ। ਜੇ ਅਸੀਂ ਇਹ ਨਹੀਂ ਸਿੱਖਾਂਗੇ, ਫਿਰ ਅਸੀਂ ਹਮੇਸ਼ਾ ਵਾਂਗੂ, ਕਿਉਂਕਿ ਪੰਜਾਬ 'ਚ ਬੜੀ ਤਰ੍ਹਾਂ ਔਰ ਬਹੁਤ ਸਮੇਂ ਤੋਂ ਸਮੇਂ ਮਾਸ ਇਰਪਸ਼ਨਸ ਹੋਈਆਂ, ਲੋਕਾਂ ਨੇ ਕਦੇ ਪਿੱਠ ਨਹੀਂ ਦਿਖਾਈ, ਪਰ ਲੀਡਰਸ਼ਿਪ ਹਮੇਸ਼ਾ ਪਿੱਠ ਦਿਖਾਉਂਦੀ ਰਹੀ। ਇਹਦੇ ਬੜੇ ਕਾਰਨ ਹੋ ਸਕਦੇ ਆ। ਸਟੇਟ ਅੱਜ ਦੀ ਬਹੁਤ ਪਾਵਰਫੁਲ ਹੋ ਗਈ ਆ, ਜਾਂ ਉਹਨਾਂ ਦੀ ਐਬਿਲਿਟੀ ਜਿਹੜੀ ਇਹ ਬੜੀ ਵੱਧ ਗਈ ਆ ਵੀ ਲੀਡਰਸ਼ਿਪ ਨੂੰ ਕਰਪਟ ਕਰ ਸਕਦੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ। ਇਹਦਾ ਇੱਕ ਰੀਜ਼ਨ ਜਿਹੜਾ ਕੈਪੀਟਲਿਜ਼ਮ ਆ, ਕੈਪੀਟਲਿਸਟਿਕ ਸੁਸਾਇਟੀ ਹੋ ਗਈ ਆ, ਜਿਸ ਤਰ੍ਹਾਂ ਦੇ ਲੋੜਾਂ ਵਧਾ ਕੇ ਬੈਠੇ ਆ ਅਸੀਂ, ਜਿਵੇਂ ਕੰਜ਼ਿਊਮਰਿਜ਼ਮ ਆ ਗਿਆ, ਉਹ ਵੀ ਹੋ ਸਕਦਾ, ਕਿਉਂਕਿ ਪੈਸੇ ਤੇ ਬੜੇ ਵੱਡੇ ਵੱਡੇ ਡਿੱਗ ਪੈਂਦੇ ਆ, ਜਾਂ ਅਹੁਦਿਆਂ ਤੇ ਬੜੇ ਵੱਡੇ ਵੱਡੇ ਡਿੱਗ ਪੈਂਦੇ ਆ। ਪੁਰਾਣੀ ਲੀਡਰਸ਼ਿਪ ਐ ਨਹੀਂ ਹੁੰਦੀ ਸੀ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ, ਜਦੋਂ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਸੀ ਨਾ, ਉਦੋਂ ਨਰਮ ਖਿਆਲੀਏ ਵੀ ਸੀ ਤੇ ਗਰਮ ਖਿਆਲੀਏ ਵੀ ਸੀ। ਉਦੋਂ
ਬੱਬਰ ਅਕਾਲੀ ਵੀ ਸੀ ਤੇ ਸਾਡੇ ਗਦਰੀ ਬਾਬੇ ਵੀ ਸੀ। ਉਦੋਂ ਭਗਤ ਸਿੰਘ, ਸਰਦਾਰ ਭਗਤ ਸਿੰਘ ਵਰਗੇ, ਸਰਦਾਰ ਕਰਤਾਰ ਸਿੰਘ ਸਰਾਭੇ ਵਰਗੇ ਵੀ ਸੀ ਤੇ ਗਾਂਧੀ ਵਰਗੇ ਵੀ ਸੀ। ਪਰ ਇੱਕ ਗੱਲ ਸਾਨੂੰ ਵਾਚਣੀ ਜਾਂ ਸਿੱਖਣੀ ਉੱਥੋਂ ਚਾਹੀਦੀ ਆ, ਹਰ ਬੰਦੇ ਨੇ ਇੱਕ ਦੂਜੇ ਨੂੰ ਸਪੇਸ ਦਿੱਤੀ ਹੋਈ ਸੀ। ਉਹਨਾਂ ਨੇ ਆਜ਼ਾਦੀ ਦੀ ਲੜਾਈ ਸਾਰੇ ਲੜ ਰਹੇ ਸੀ, ਪਰ ਉਹਨਾਂ ਦਾ ਪਰਸਪੈਕਟਿਵ ਸਾਰਿਆਂ ਦਾ ਵੱਖਰਾ ਵੱਖਰਾ ਸੀ। ਜੇ ਤੁਸੀਂ ਦੇਖੋ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਹੋਰ ਦਿੰਨਾ। ਜਦੋਂ ਮਹਾਤਮਾ ਗਾਂਧੀ ਆਜ਼ਾਦੀ ਦੀ ਲੜਾਈ ਲੜ ਰਹੇ ਸੀ, ਉਹਨਾਂ ਨੂੰ ਆਏ ਸੀ ਵੀ ਅੰਗਰੇਜ਼ਾਂ ਨੂੰ ਇਸ ਧਰਤੀ ਤੋਂ ਜਿੰਨਾ ਛੇਤੀ ਹੋ ਜੇ ਕੱਢਿਆ ਜਾਵੇ। ਔਰ ਉਵੇਂ ਹੀ ਜਦੋਂ ਸਦਾ ਭਗਤ ਸਿੰਘ ਹੋਰੇ ਲੜ ਰਹੇ ਸੀ, ਉਹਨਾਂ ਦਾ ਪਰਸਪੈਕਟਿਵ ਉਦੋਂ ਥੋੜਾ ਜਿਹਾ ਵੱਡਾ ਸੀ। ਉਹਨਾਂ ਦਾ ਪਰਸਪੈਕਟਿਵ ਇਹ ਸੀ ਵੀ ਅਸੀਂ ਇਕੱਲੇ ਅੰਗਰੇਜ਼ਾਂ ਨੂੰ ਨਹੀਂ ਕੱਢਣਾ, ਪਰ ਇੱਥੇ ਜਿਹੜਾ ਪੋਲੀਟੀਕਲ ਸਟਰਕਚਰ ਆ, ਪੋਲੀਟੀਕਲ ਸਿਸਟਮ ਆ, ਕਿਉਂਕਿ ਅਲੀਟ ਬੈਠਿਆ ਹੋਇਆ, ਅਸੀਂ ਉਹਨਾਂ ਨੂੰ ਵੀ ਇਸ ਪੋਲੀਟੀਕਲ ਸਟਰਕਚਰ ਦਾ ਵੀ ਫੇਰ ਬਦਲ ਕਰਨਾ, ਇਹਨੂੰ ਕੰਪਲੀਟਲੀ ਚੇਂਜ ਕਰਨਾ, ਤਾਂ ਕਿ ਇਸ ਅਲੀਟ ਨੂੰ ਇਸ ਪੋਲੀਟੀਕਲ ਸਟਰਕਚਰ ਚੋਂ ਕੱਢਿਆ ਜਾ ਸਕੇ। ਹਾਲਾਂਕਿ ਜਦੋਂ ਆਜ਼ਾਦੀ ਮਿਲੀ ਉਦੋਂ ਅਲੀਟ ਨੂੰ ਤਾਂ ਨਹੀਂ ਕੱਢਿਆ ਗਿਆ, ਬ੍ਰਿਟਿਸ਼ ਜਾਂ ਗੋਰੇ ਅਲੀਟ ਚਲੇ ਗਏ, ਸਾਡੇ ਵਾਲੇ ਅਲੀਟਾਂ ਨੇ ਕੁਰਸੀਆਂ ਸਾਂਭ ਲੀਆਂ। ਸੋ ਪਰਸਪੈਕਟਿਵ ਵੱਖਰੇ ਵੱਖਰੇ ਹੋ ਸਕਦੇ ਆ, ਇੱਕ ਦੂਜੇ ਨੂੰ ਸਪੇਸ ਦੇਣਾ ਸਿੱਖੀਏ ਤੇ ਇੱਕ ਮਕਸਦ ਲਈ ਅਸੀਂ ਇਕੱਠੇ ਹੋ ਕੇ ਲੜਨਾ ਸਿੱਖੀਏ। ਐਵੇਂ ਹੀ ਬਿਨਾਂ ਸਪੇਸ ਦਿੱਤੇ ਤੌਹਮਤਾਂ ਲਾਉਣੀਆਂ ਵੀ ਫਲਾਨਾ ਤਾਂ ਸਰਕਾਰ ਦਾ ਬੰਦਾ, ਫਲਾਨਾ ਬੀਜੇਪੀ ਦਾ ਬੰਦਾ, ਜਾਂ ਫਲਾਨਾ ਅਕਾਲੀਆਂ ਦਾ ਬੰਦਾ, ਜਾਂ ਕਾਂਗਰਸ ਦਾ ਬੰਦਾ, ਇਹਨਾਂ ਗੱਲਾਂ 'ਚ ਕੋਈ ਦਮ ਨਹੀਂ। ਅਸੀਂ ਕਦੇ ਵੀ ਫਿਰ ਜਿਹੜਾ ਮਕਸਦ ਲੈ ਕੇ ਤੁਰੇ ਆ, ਉਸ ਮਕਸਦ ਜਾਂ ਉਸ ਮੰਤਵ ਨੂੰ ਅਚੀਵ ਨਹੀਂ ਕਰ ਸਕਾਂਗੇ ਤੇ ਮਾਤ ਖਾ ਜਾਾਂਗੇ। ਹੁਣ ਸਾਡਾ ਅੰਦੋਲਨ, ਅਸੀਂ ਕਹਿੰਦੇ ਆ ਹੋਂਦ ਦੀ ਲੜਾਈ ਲੜ ਰਹੇ ਹਾਂ, ਔਰ ਹੋਂਦ ਦੀ ਲੜਾਈ ਉਸ ਵਹਿਣ ਦੇ ਉਲਟ ਲੜ ਰਹੇ ਹਾਂ ਅਸੀਂ, ਜਿਹੜਾ ਵਹਿਣ ਕੱਲਾ ਇਸ ਦੇਸ਼ 'ਚ ਨਹੀਂ ਚੱਲਦਾ, ਉਹ ਦੁਨੀਆ ਦਾ ਵਹਿਣ ਬਣਿਆ ਹੋਇਆ। ਕੈਪੀਟਲਿਜ਼ਮ, ਜਿਹੜੀ ਨਵੀਂ ਪਾਲਿਸੀ ਜਾਂ ਨਵੇਂ ਕਾਨੂੰਨ ਆਏ ਆ, ਉਹ ਕੈਪੀਟਲਿਜ਼ਮ ਤੇ ਹੀ ਆਧਾਰਿਤ ਆ। ਤੇ ਜੇ ਅਸੀਂ ਇਸ ਪਰਸਪੈਕਟਿਵ ਨੂੰ ਥੋੜਾ ਜਿਹਾ ਵੱਡਾ ਕਰਾਂਗੇ, ਅਸੀਂ ਇਹ ਵੈਸਟ 'ਚ ਦੇਖਿਆ, ਦੁਨੀਆ 'ਚ ਦੇਖਿਆ ਵੀ ਜਿੱਥੇ ਜਿੱਥੇ ਕੈਪੀਟਲਿਜ਼ਮ ਗਿਆ, ਜਿੱਥੇ ਜਿੱਥੇ ਗਿਆ, ਜੇ ਉਹਦੇ ਤੇ ਲਗਾਮ ਨਾ ਪਾਈ ਗਈ ਜਾਂ ਉਹਦੇ ਤੇ ਚੈਕਸ ਐਂਡ ਬੈਲੈਂਸਿਸ ਨਾ ਰੱਖੇ ਗਏ, ਉੱਥੇ ਉੱਥੇ ਉਹਨਾਂ ਧਰਤੀਆਂ ਤੇ ਉਹਨਾਂ ਦੇਸ਼ਾਂ 'ਚ ਉਹ ਇੰਸਟੀਟਿਊਸ਼ਨਸ ਹੀ ਖਤਮ ਕਰ ਦਿੰਦਾ। ਫੈਮਿਲੀ ਇੰਸਟੀਟਿਊਸ਼ਨਸ ਖਤਮ ਕਰ ਦਿੰਦਾ, ਇਹ ਆਪਾਂ ਵੈਸਟ 'ਚ ਦੇਖ ਲਿਆ। ਰਿਲੀਜੀਅਸ ਇੰਸਟੀਟਿਊਸ਼ਨਸ ਖਤਮ ਕਰ ਦਿੰਦਾ, ਫਿਰ ਕਲਚਰਲ ਇੰਸਟੀਟਿਊਸ਼ਨਸ ਖਤਮ ਕਰ ਦਿੰਦਾ। ਤੇ ਸਾਡਾ ਕਲਚਰ, ਆਪਾਂ ਜੇ ਹੋਂਦ ਦੀ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਨਾਲ ਅਸੀਂ ਜੂਝ ਰਹੇ ਹਾਂ, ਹੋਂਦ ਦੀ ਲੜਾਈ ਲੜ ਰਹੇ ਹਾਂ, ਤਾਂ ਸਾਨੂੰ ਪਹਿਲੀ ਗੱਲ ਇਹ ਸਮਝਣੀ ਪਊਗੀ ਵੀ ਜੇ ਅਸੀਂ ਅੱਜ ਮਹਾਮਾਰੀ 'ਚ ਆਕਸੀਜਨ ਦੇ ਲੰਗਰ ਲਾਏ ਹੋਏ ਆ ਨਾ, ਜਾਂ ਅੰਦੋਲਨ 'ਚ ਜਿਸ ਤਰ੍ਹਾਂ ਅਸੀਂ ਸੇਵਾ ਕੀਤੀ ਆ, ਜਿਸ ਤਰ੍ਹਾਂ ਸੰਗਤ ਨੇ, ਸਾਰੀ ਕੌਮ ਨੇ, ਪੰਜਾਬੀਆਂ ਨੇ, ਸਾਡੇ ਹਰਿਆਣੇ ਵਾਲਿਆਂ ਨੇ ਸੇਵਾ ਕੀਤੀ ਹੈ, ਇਹ ਸਾਡਾ ਕਲਚਰ। ਅਸੀਂ ਇਸ ਕਲਚਰ ਨੂੰ, ਇਹ ਸਾਰੇ ਸਾਡੀਆਂ ਰਵਾਇਤਾਂ ਨੂੰ ਹੀ ਗਵਾਲ ਗਏ, ਇਹ ਤਾਂ ਮਨਜ਼ੂਰ ਨਹੀਂ ਹੈ ਨਾ। ਇਸੇ ਲਈ ਜਦੋਂ ਇਨਸਾਨ ਜਾਂ ਉਹ ਬੰਦੇ, ਮੈਂ ਹਮੇਸ਼ਾ ਉਹਨਾਂ ਨੂੰ ਇੱਕ ਨਵਾਂ ਲਫ਼ਜ਼ ਮੈਂ ਸਿੱਖਿਆ, ਉਹਨਾਂ ਨੂੰ ਜਿਹੜੇ ਰਿਬੈਲ ਹੁੰਦੇ ਆ ਜਾਂ ਜਿਹੜੇ ਰੋਮਾਂਟਿਕ ਬੰਦੇ ਹੁੰਦੇ ਆ, ਰੋਮਾਂਟਿਕ ਬੰਦੇ ਆ, ਜਿਹੜੇ ਆਪਦੀ ਆਈਡੀਓਲੋਜੀ ਨੂੰ ਇਸ਼ਕ ਕਰਦੇ ਆ, ਜਿਹੜੇ ਆਪਦੇ ਲੋਕਾਂ ਨੂੰ, ਆਪਦੀ ਧਰਤੀ ਨੂੰ ਤੇ ਆਪਦੀਆਂ ਰਵਾਇਤਾਂ ਨੂੰ, ਆਪਦੇ ਸੱਭਿਆਚਾਰ ਨੂੰ, ਜੋ ਪਿਰਤਾਂ ਗੁਰੂ ਸਾਹਿਬ ਪਾ ਗਏ ਸੀ, ਉਹਨਾਂ ਨੂੰ ਇਸ਼ਕ ਕਰਦੇ ਆ, ਉਹਨਾਂ ਰੋਮਾਂਟਿਕ ਬੰਦਿਆਂ ਨੂੰ ਫਿਰ ਖੜਾ ਹੋਣਾ ਪੈਂਦਾ, ਉਹਨਾਂ ਨੂੰ ਆਵਾਜ਼ ਬੁਲੰਦ ਕਰਨੀ ਪੈਂਦੀ ਆ, ਤੇ ਅਸੀਂ ਉਹ ਰੋਮਾਂਟਿਕ ਬੰਦੇ ਆ। ਇਸ ਕਰਕੇ ਇਹਨਾਂ ਸਰਕਾਰਾਂ ਦੇ ਖਿਲਾਫ ਹਮੇਸ਼ਾ ਹੀ ਆਪਾਂ, ਜਦੋਂ ਜਦੋਂ ਇਹ ਜ਼ੁਲਮ ਕਰਦੀਆਂ ਰਹਿਣਗੀਆਂ, ਜਦੋਂ ਜਦੋਂ ਇਹ ਆਪਦੀਆਂ ਨੀਤੀਆਂ ਘੜਨਗੀਆਂ ਵੀ ਸਾਡਾ ਸੱਭਿਆਚਾਰ, ਸਾਡੀ ਹੋਂਦ ਖਤਰੇ 'ਚ ਆਵੇ, ਅਸੀਂ ਆਵਾਜ਼ ਬੁਲੰਦ ਕਰਦੇ ਰਹਾਂਗੇ। ਫੈਜ਼ ਸਾਹਿਬ ਨੇ ਇੱਕ ਬੜੀ ਬਿਊਟੀਫੁਲ ਨਜ਼ਮ ਲਿਖੀ ਸੀ, ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਦਾ। हम देखेंगे, लाजिम है कि हम भी देखेंगे, वो दिन के जिसका वादा है, जो लोहे अजल में लिखा है, हम देखेंगे, लाजिम में हम भी देखेंगे। जब जुल्मों सितम के कोहे गरा रूई की तरह उड़ जाएंगे, ये हम माकूमों के पांव तले ये धरती धर धर धड़केगी, और अहले हकम के सर ऊपर जब बिजली कड़कड़ कड़केगी, हम देखेंगे, लाजिम है हम भी देखेंगे।
बस नाम रहेगा अल्लाह का, बस नाम रहेगा अल्लाह का, वाहिगुरु दा, राम दा, बस नाम रहेगा अल्लाह का, जो गायब भी है हाजिर भी, जो मंजर भी है नाजिर भी, उठेगा अनहल हक का नारा, जो मैं भी हूं और तुम भी हो, और राज करेगा खल के खुदा, जो मैं भी हूं और तुम भी हो, हम देखेंगे, लाजिम है हम भी देखेंगे। सो ये गल लाजिम आ, आप देखांगे, सब ताज उछाले जाएंगे, सब तख्त उखाड़े जाएंगे, लाजिम है हम भी देखेंगे। सो गल इत्थों ही जाहिर हो जाती आ, ਅਸੀਂ ਇਹਨਾਂ ਸਰਕਾਰਾਂ ਦੇ ਖਿਲਾਫ ਲੜਦੇ ਰਹਾਂਗੇ, ਆਪਦੀ ਆਵਾਜ਼ ਬੁਲੰਦ ਕਰਦੇ ਰਹਾਂਗੇ। ਇਹ ਸੰਘਰਸ਼ੀ ਬੰਦਿਆਂ ਦੀ ਇਹ ਧਰਮ ਆ, ਉਹਨਾਂ ਦਾ ਰੋਮਾਂਸ ਆ। ਪਰ ਇੱਕ ਗੱਲ ਬੜੀ ਜ਼ਰੂਰੀ ਆ, ਮਾਹੌਲ ਨੂੰ ਸਹਿਜ ਬਣਾਈਏ, ਇੱਕ ਦੂਜੇ ਦੇ ਅਗੇਂਸਟ ਅਸੀਂ ਕੋਈ ਹੁਣ ਬਿਆਨਬਾਜ਼ੀ ਜਾਂ ਭਾਸ਼ਾ 'ਚ ਜਿਹੜਾ ਤਰੀਕਾ ਸਲੀਕਾ ਅਸੀਂ ਭੁੱਲ ਜਾਂਦੇ ਆ, ਉਹ ਨਾ ਕਰੀਏ। ਕਿਸਾਨ ਜਿਹੜੇ ਸਾਡੇ ਆਗੂ ਆ, ਉਹ ਪ੍ਰੋਗਰਾਮ ਦੇਣ, ਉਸ ਪ੍ਰੋਗਰਾਮ ਤੇ ਡਟ ਕੇ ਪਹਿਰਾ ਦੇਣ, ਆਪਦੀ ਜ਼ਿੰਮੇਵਾਰੀ ਨੂੰ ਸਮਝਣ। ਅਸੀਂ ਉਹਨਾਂ ਦੇ ਨਾਲ ਆ, ਉਹਨਾਂ ਦੇ ਸੋਲਜਰ ਆ। 2-3 ਦਿਨ ਮੈਂ ਪੰਜਾਬ ਤੋਂ ਇੱਥੇ ਮੁੰਬਈ ਆ ਗਿਆ ਸੀ, ਕਿਉਂਕਿ ਲੰਮਾ ਸਮਾਂ ਸਭ ਕੁਝ ਬੰਦ ਪਿਆ ਸੀ। ਘਰ ਵੀ ਬੰਦ ਪਿਆ, ਮੇਰੀ ਕਾਰ ਵੀ ਨਹੀਂ ਸਟਾਰਟ ਹੋ ਰਹੀ ਸੀ, ਹਾਲਾਂਕਿ ਇੱਕ ਹੋ ਗਈ, ਦੂਜੀ ਤਾਂ ਜਮਾ ਹੀ ਨਹੀਂ ਹੋ ਰਹੀ ਸੀ। ਫਿਰ ਆਲਮ ਇਹ ਆ ਵੀ ਇੱਥੇ ਜਿਹਨੂੰ ਵੀ ਫੋਨ ਕਰਦਾ, ਉਹ ਹੈਲੋ ਸੁਣ ਕੇ ਜਾਂ ਮੇਰੀ ਆਵਾਜ਼ ਪਛਾਣ ਕੇ ਹੀ ਕੱਟ ਦਿੰਦਾ। ਕਿੱਡਾ ਵੱਡਾ ਤੇ ਸਟਰੋਂਗ ਨੈਰੇਟਿਵ ਚਲਾਇਆ ਗਿਆ, ਜਿਹੜਾ ਮੇਰੇ ਖਿਲਾਫ ਇਹਨਾਂ ਨੇ ਚਲਾਇਆ। ਪਰ ਕੋਈ ਨਹੀਂ, ਇਹਨਾਂ ਸਾਰੀਆਂ ਗੱਲਾਂ ਨਾਲ ਜੂਝਿਆ ਜਾਊਗਾ ਜਦੋਂ ਤੱਕ ਤੁਸੀਂ ਬੈਠੇ ਹੋ। ਤੁਹਾਡਾ ਪਿਆਰ ਆ, ਤੁਹਾਡੀਆਂ ਅਰਦਾਸਾਂ, ਉਦੋਂ ਤੱਕ ਮੈਂ ਹੌਸਲੇ 'ਚ ਆ ਤੇ ਹਮੇਸ਼ਾ ਹੀ ਹੌਸਲੇ 'ਚ ਰਹਾਂਗੇ। ਸਾਡੀ ਜਿਹੜੀ ਇੱਕ ਰਵਾਇਤ ਆ ਜਾਂ ਪਿਰਤਾਂ ਜਿਹੜੀਆਂ ਗੁਰੂ ਸਾਹਿਬਾਂ ਨੇ ਪਾਈਆਂ ਹੋਈਆਂ, ਉਹਨਾਂ ਨੂੰ ਅਸੀਂ ਆਪਦੇ ਅੰਦਰ ਜਿਉਂਦੇ ਰੱਖੀਏ। ਉਸ ਗੱਲ ਨੂੰ, ਉਹਨਾਂ ਫਲਸਫਿਆਂ ਨੂੰ ਅਸੀਂ ਕਦੇ ਨਾ ਭੁੱਲੀਏ। ਗੁਰੂ ਸਾਹਿਬ ਦੀ ਯਾਦ ਆਪਦੇ ਅੰਦਰ ਜਿਉਂਦੇ ਰੱਖੀਏ, ਕਿਉਂਕਿ ਉਹੀ ਸਾਨੂੰ ਤਾਕਤ ਦਿੰਦੀ ਆ, ਉਹੀ ਸਾਨੂੰ ਇੱਕ ਚੰਗਾ ਇਨਸਾਨ ਬਣਾਉਂਦੀ ਆ। ਤੇ ਇੰਨੀਆਂ ਕੁ ਗੱਲਾਂ ਅੱਜ ਤੁਹਾਡੇ ਨਾਲ ਕਰਨੀਆਂ ਸੀ। ਇੱਕ ਵਾਰੀ ਫੇਰ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ, ਮੇਰੇ ਲਈ ਪਿਆਰ ਦਿੱਤਾ, ਉਹਨਾਂ ਦਾ ਮੈਂ ਰਿਣੀ ਰਹਾਂਗਾ। ਉਹਨਾਂ ਨੂੰ ਬਹੁਤ ਛੇਤੀ ਮਿਲਾਂਗੇ। ਅਗਲਾ ਆਪਾਂ ਮੋਰਚੇ 'ਚ ਕਦੋਂ ਜਾਣਾ ਜਾਂ ਉੱਥੇ ਆਪਾਂ ਕੋਈ ਜੋ ਪਲਾਨ ਕਰਨਾ, ਪਿੰਡਾਂ 'ਚ ਜਾ ਕੇ ਸਾਡੇ ਉਹਨਾਂ ਸਾਰੇ ਬੰਦਿਆਂ ਨੂੰ ਮਿਲਣਾ, ਉਹਨਾਂ ਨਾਲ ਬਹਿ ਕੇ ਗੱਲਾਂ ਕਰਨੀਆਂ, ਉਹ ਵੀ ਬੜੀ ਛੇਤੀ ਇਹ ਗੱਲ ਆਪਾਂ ਸਾਹਮਣੇ ਲੈ ਕੇ ਆਵਾਂਗੇ, ਦੱਸਾਂਗੇ, ਸਾਰੀ ਸੰਗਤ ਨਾਲ ਸਾਂਝੀ ਕਰਾਂਗੇ। ਬਾਕੀ ਕਈ ਬੰਦਿਆਂ ਨੂੰ ਕਿਸੇ ਤਰ੍ਹਾਂ ਦਾ ਗੁੱਸਾ ਹੋ ਸਕਦਾ, ਉਹਨਾਂ ਦਾ ਗੁੱਸਾ ਵੀ ਸਿਰ ਮੱਥੇ, ਕੋਈ ਗੱਲ ਨਹੀਂ। ਆਪਦੇ ਬੰਦੇ ਗੁੱਸੇ ਵੀ ਹੋ ਜਾਂਦੇ ਆ, ਉਹਨਾਂ ਦਾ ਹੱਕ ਆ। ਹੌਲੀ ਹੌਲੀ ਉਹਨਾਂ ਨੂੰ ਵੀ ਆਪਾਂ ਪਿਆਰ ਨਾਲ ਮਨਾ ਲਾਂਗੇ। ਬੜੀ ਤਰ੍ਹਾਂ ਦੀਆਂ ਗਲਤ ਫਹਿਮੀਆਂ ਹੋ ਸਕਦੀਆਂ, ਬੜੇ ਲੋਕਾਂ ਨੂੰ ਹੋਈਆਂ, ਹੁਣ ਉਹ ਵੀ ਸਮੇਂ ਨਾਲ ਦੂਰ ਹੋ ਜਾਣਗੀਆਂ। ਹੋਰ ਕੋਈ ਹੱਲ ਨਹੀਂ ਹੁੰਦਾ। ਕਈ ਵਾਰੀ ਉਹ ਮਨ 'ਚ ਬਸ ਬਿਨਾਂ ਕਿਸੇ ਗੱਲ ਤੋਂ ਗੱਲ ਲੈ ਕੇ ਬਹਿ ਜਾਂਦੇ ਆ, ਉਹਦਾ ਆਧਾਰ ਕੁਛ ਨਹੀਂ ਹੁੰਦਾ। ਸੋ ਬੜੀਆਂ ਇਹੋ ਜਿਹੀਆਂ ਗੱਲਾਂ ਵੀ ਮੈਨੂੰ ਲੱਗਦਾ ਸਾਹਮਣੇ ਆਉਣਗੀਆਂ। ਕੋਈ ਨਹੀਂ, ਇਹ ਹਮੇਸ਼ਾ ਹੀ ਰੀਤ ਬਣੀ ਆਈ ਆ ਵੀ ਇੱਕੋ ਵਾਰੀ ਗੱਲ ਨਹੀਂ ਸਮਝ ਆਉਂਦੀ ਹੁੰਦੀ, ਹੌਲੀ ਹੌਲੀ ਸਮੇਂ ਨਾਲ ਸਾਨੂੰ ਗੱਲਾਂ ਸਮਝ ਆਉਂਦੀਆਂ। ਸੋ ਸਮਾਂ ਬੜਾ ਬਲਵਾਨ ਆ, ਬੜੇ ਤਰ੍ਹਾਂ ਦੇ ਜਵਾਬ ਦੇ ਦੂਗਾ। ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ। ਮੇਰੇ ਵੱਲੋਂ ਹਮੇਸ਼ਾ ਬਹੁਤ ਸਾਰਾ ਪਿਆਰ ਤੇ ਸਤਿਕਾਰ। ਜਿਉਂਦੇ ਵਸਦੇ ਰਹੋ। ਰਿਣੀ ਰਹਾਂਗਾ ਉਹਨਾਂ ਰੂਹਾਂ ਦਾ, ਉਹਨਾਂ ਸ਼ਖਸੀਅਤਾਂ ਦਾ ਜਿਨ੍ਹਾਂ ਨੇ ਪਿਆਰ ਦਿੱਤਾ, ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਮੇਰੇ ਲਈ, ਸਾਡੀਆਂ ਭੈਣਾਂ ਤੇ ਸਾਡੀਆਂ ਮਾਵਾਂ ਦਾ, ਜਿਨ੍ਹਾਂ ਨੇ ਪਾਠ ਸੁੱਖੇ। ਮੈਂ ਹਮੇਸ਼ਾ ਕਹਿਣਾ ਵੀ ਇਹਨਾਂ ਬੰਦਿਆਂ ਦੀ ਦੇਣ ਨਹੀਂ ਦਿੱਤਾ ਜਾ ਸਕਦਾ। ਜੇ ਤੁਸੀਂ ਹੋ ਤਾਂ ਹੌਸਲਾ ਸਾਡੇ 'ਚ ਤੇ ਉਹਨਾਂ ਗੁਰੂ ਸਾਹਿਬਾਂ ਦੇ ਫਲਸਫਿਆਂ ਤੇ ਚੱਲਣ ਦੀ ਹਿੰਮਤ ਆਉਂਦੀ ਆ। ਇਸੇ ਲਈ ਇੱਕ ਹੋਰ ਗੱਲ ਮੈਂ ਜਿਹੜੀ ਸਾਰਿਆਂ ਨਾਲ ਇਹ ਕਰਨੀ ਸੀ ਵੀ ਬਹੁਤ ਛੇਤੀ ਸਾਰਿਆਂ ਨੂੰ ਮਿਲਾਂਗੇ। ਮੈਂ ਹੋਰ 2-3 ਦਿਨਾਂ 'ਚ ਵਾਪਸ ਪੰਜਾਬ ਜਾਣਾ। ਹਜੇ ਕੇਸ ਵੀ ਚੱਲ ਰਹੇ ਆ 2, ਉਹਨਾਂ ਕੇਸਾਂ ਨੂੰ ਵੀ ਆਪਾਂ ਹੈਂਡਲ ਕਰਾਂਗੇ। ਬਾਕੀ ਵੀ ਕਿਸੇ ਸਾਡੇ ਬੰਦੇ ਨਾਲ ਜੇ ਪੁਲਿਸ ਧੱਕਾ ਕਰਦੀ ਆ ਜਾਂ ਕੇਸ ਪੈਂਦੇ ਆ, ਉਹਨਾਂ ਦੀ ਪੈਰਵਾਈ ਵੀ ਕਰਾਂਗੇ। ਸੋ ਜੇ ਕੋਈ ਹੋਰ ਗੱਲਬਾਤ ਕਰਨੀ ਹੋਵੇ, ਮੈਨੂੰ ਜਦੋਂ ਪਲੀਜ਼ ਮੈਸੇਜ ਕਰ ਸਕਦੇ ਹੋ। I'm always here and let's be together. That's how we should be now, because we are fighting um, literally a war against the government. A war in a sense that the way this policy making and the way new policy they have introduced. When I said policy, means 3 farm laws.
we have to protest. We started protesting against it, and it actually is our existential crisis. होंद दी लड़ाई आ. So let's be together. Let's stay together. It's okay if sometimes our ideologies don't match, but let's give space to each other. That's how it should be. Lots of respect, love to all of you. ਜਿਉਂਦੇ ਵਸਦੇ ਰਹੋ. ਸਤਿ ਸ਼੍ਰੀ ਅਕਾਲ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. Please subscribe our channel and press the bell icon ताकि कोई भी नवी अपडेट तुझे बिल्कुल भी मिस ना करो.